ਮੋਹਨ ਘਰ ਆਵੋ ਕਰੋ ਜੋ ਦਰਿਆ। ਮੋਹਨ ਤੋਂ ਭਾਵ ਹੈ ਮਨ ਨੂੰ ਮੋਹ ਲੈਣ ਵਾਲਾ ਸੁੰਦਰ ਸਵਰੂਪ ਪਰਿਪੂਰਨ ਪਰਮਾਤਮਾ ਵਾਹਿਗੁਰੂ ਜੀ ਦੀ ਗੱਲ ਕੀਤੀ ਹੈ। ਤੇ ਘਰ ਤੋਂ ਭਾਵ ਹੈ ਹਿਰਦਾ ਘਰ, ਹਿਰਦੇ ਰੂਪੀ ਘਰ। ਤੇ ਜੋ ਦਰਿਆ ਤੋਂ ਭਾਵ ਹੈ ਜੋਦੜੀ ਕਰਨੀ, ਅਰਦਾਸ ਬੇਨਤੀ ਕਰਨੀ। ਮੋਹਨ ਘਰ ਆਵੋ ਕਰੋ ਜੋ ਦਰਿਆ। ਹੇ ਮਨ ਨੂੰ ਮੋਹਣ ਵਾਲੇ ਸੁੰਦਰ ਸਵਰੂਪ ਪਰਿਪੂਰਨ ਪਰਮਾਤਮਾ, ਮੇਰੀ ਤੁਹਾਡੇ ਅੱਗੇ ਜੋਦੜੀ ਹੈ, ਅਰਦਾਸ ਬੇਨਤੀ ਹੈ ਵੀ ਕਿਰਪਾ ਕਰੋ ਮੇਰੇ ਹਿਰਦੇ ਰੂਪੀ ਘਰ ਵਿੱਚ ਆ ਕੇ ਟਿਕਣਾ ਕਰੋ। ਦੇਖੋ ਇਹ ਤਰਲਾ ਲਿਆ ਹੈ, ਤਾਂਘ ਹੈ, ਤੜਪ ਹੈ ਵਾਹਿਗੁਰੂ ਜੀ ਨੂੰ ਪਾਉਣ ਦੀ ਵੀ ਮੇਰੇ ਹਿਰਦੇ ਘਰ ਵਿੱਚ ਆ ਕੇ ਵਸਣਾ ਕਰੋ। ਦਰਸ਼ਨਾਂ ਦੀ ਤਾਂਘ ਹੈ, ਜਿਵੇਂ ਬਚਨ ਹੁੰਦਾ ਦਰਸ ਪਿਆਸ ਮੇਰੋ ਮਨ ਮੋਹਿਓ, ਹਰ ਪੰਖ ਲਗਾਏ ਮਲੀਜੈ। ਮਨ ਮੇਰੇ ਹਰ ਕੇ ਚਰਨ ਰਵੀਜੈ। ਵੀ ਦਰਸ਼ਨਾਂ ਦੀ ਪਿਆਸ ਦੀ ਗੱਲ ਕੀਤੀ ਹੈ। ਫਿਰ ਨਾਲ ਹੀ ਸਤਿਗੁਰੂ ਜੀ ਨੇ ਜੀਵ ਇਸਤਰੀ ਰੂਪ ਵਿੱਚ ਔਗੁਣਾਂ ਦੀ ਵੀ ਗੱਲ ਕੀਤੀ ਹੈ। ਮਾਨ ਕਰੋ ਅਭਮਾਨੈ ਬੋਲੋ, ਭੂਲ ਚੂਕ ਤੇਰੀ ਪ੍ਰਚਰੀਆ। ਚਿਰਿਆ ਤੋਂ ਭਾਵ ਹੈ ਦਾਸੀ। ਮਾਨ ਕਰੂੰ, ਹੇ ਵਾਹਿਗੁਰੂ ਮੈਨੂੰ ਮੇਰੇ ਵਿੱਚ ਬਹੁਤ ਔਗਣ ਵੀ ਨੇ, ਮੈਂ ਮਾਣ ਵੀ ਕਰਦੀ ਹਾਂ। ਅਭਮਾਨੈ ਬੋਲੋ, ਤੇ ਕਈ ਵਾਰ ਅਹੰਕਾਰ ਭਰੇ ਬੋਲ ਵੀ ਬੋਲਦੀ ਹਾਂ। ਦੇਖੋ ਆਪਾਂ ਜਿੰਨੇ ਵੀ ਜੀਵ ਬੈਠੇ ਆ ਨਾ, ਸਾਰੇ ਆਪਾਂ ਜੀਵ ਇਸਤਰੀ ਰੂਪ ਵਿੱਚ ਆ ਤੇ ਪਰਿਪੂਰਨ ਪਰਮਾਤਮਾ ਉਹ ਪਤੀ ਪਰਮੇਸ਼ਰ ਹੈ। ਤੇ ਮੈਨੂੰ ਮਾਣ ਵੀ ਹੋ ਜਾਂਦਾ ਹੈ, ਕਿਉਂਕਿ ਪਰਿਵਾਰ ਦਾ ਮਾਣ, ਧਨ ਦੌਲਤ ਦਾ ਮਾਣ, ਆਪਣੇ ਸਰੀਰ ਤੇ ਮਾਣ, ਤਾਕਤ ਤੇ ਮਾਣ, ਕਿਸੇ ਵੀ ਗੱਲ ਨੂੰ ਲੈ ਕੇ ਵੀ ਮੈਨੂੰ ਮਾਣ ਵੀ ਹੈ। ਮਾਣ ਕਰੋ ਆਪਣੀ ਸਿਆਣਪ ਤੇ ਮਾਣ। ਇੱਥੋਂ ਤੱਕ ਵੀ ਕਈ ਵਾਰ ਮਨੁੱਖ ਸੇਵਾ ਸਿਮਰਨ ਕਰਕੇ ਤਾਂ ਵੀ ਮਨੁੱਖ ਮਾਣ ਕਰ ਬੈਂਦਾ ਵੀ ਮੇਰੇ ਜਿੰਨਾ ਕੋਈ ਸੇਵਾ ਕਰਨ ਵਾਲਾ ਨਹੀਂ, ਮੇਰੇ ਜਿੰਨੀ ਕੋਈ ਭਜਨ ਬੰਦਗੀ ਕਰਨ ਵਾਲਾ ਨਹੀਂ, ਮੇਰੇ ਵਰਗਾ ਕੋਈ ਨਿਤਨੇਮੀ ਨਹੀਂ। ਵੀ ਮੇਰੇ ਵਿੱਚ ਔਗਣ ਨੇ, ਮੈਂ ਮਾਣ ਵੀ ਕਰਦੀ ਹਾਂ। ਅਭਮਾਨੈ ਬੋਲੋ, ਅਭਮਾਨੈ ਤੋਂ ਭਾਵ ਹੈ ਅਹੰਕਾਰ। ਵੀ ਮੈਂ ਅਹੰਕਾਰ ਭਲੇ ਬੋਲ ਵੀ ਬੋਲਦੀ ਹਾਂ, ਕਹਿਣ ਤੋਂ ਭਾਵ ਅਹੰਕਾਰ ਦਾ ਰੋਗ ਵੀ ਚੁੰਮੜਿਆ ਹੋਇਆ। ਭੂਲ ਚੂਕ ਤੇਰੀ ਪ੍ਰਚਰੀਆ। ਹੁਣ ਗੁਰੂ ਸਾਹਿਬ ਆਖਦੇ ਨੇ ਬਹੁਤ ਵਾਰ ਮੈਂ ਭੁੱਲ ਵੀ ਕਰਦੀ ਹਾਂ, ਕਿਉਂਕਿ ਮਨੁੱਖੀ ਸੁਭਾਅ ਹੈ। ਮਨੁੱਖ ਪੈਰ ਪੈਰ ਤੇ, ਕਦਮ ਕਦਮ ਤੇ ਗਲਤੀਆਂ ਕਰਦਾ ਹੈ, ਭੁੱਲਾਂ ਕਰਦਾ ਹੈ। ਪਰ ਇਹਦਾ ਇਹ ਮਤਲਬ ਨਹੀਂ ਕਿ ਵਾਹਿਗੁਰੂ ਜਿਹੜਾ ਭੁੱਲ ਕਰਦਾ ਹੈ ਅਹੰਕਾਰੀ ਹੈ, ਜਿਸਨੂੰ ਮਾਣ ਹੈ, ਉਹਨੂੰ ਆਪਣੇ ਚਰਨਾਂ ਦੇ ਨਾਲ ਨਹੀਂ ਜੋੜਦਾ। ਐਸੀ ਗੱਲ ਨਹੀਂ, ਉਹ ਜੋੜਦਾ ਹੈ, ਪਰ ਗੱਲ ਇਹ ਹੈ ਉਹਦੇ ਕੋਲ ਆ ਕੇ ਆਪਣੀ ਗਲਤੀਆਂ ਨੂੰ ਕਬੂਲ ਕਰਨਾ ਪੈਂਦਾ ਹੈ। ਵੀ ਜੇ ਕਿਸੇ ਗੱਲ ਦਾ ਮਾਣ ਵੀ ਹੈ, ਅਹੰਕਾਰ ਵੀ ਹੈ, ਕੋਈ ਭੁੱਲ ਵੀ ਹੋਈ ਹੈ, ਉਹ ਆਪਣੇ ਚਰਨਾਂ ਦੇ ਨਾਲ ਜੋੜ ਦਿੰਦਾ, ਉਹ ਬਖਸ਼ੰਦ ਹੈ, ਗਲਤੀਆਂ ਭੁੱਲਾਂ ਮਾਫ ਕਰਨ ਵਾਲਾ ਹੈ। ਪਰ ਗੱਲ ਇਹ ਹੈ ਵੀ ਵਾਹਿਗੁਰੂ ਕੋਲ ਆ ਕੇ ਬੰਦਾ ਆਪਣੀ ਗਲਤੀ ਤਾਂ ਮੰਨੇ, ਕਬੂਲ ਤਾਂ ਕਰੇ ਵੀ ਮੇਰੇ ਵਿੱਚ ਔਗਣ ਨੇ। ਆ ਕੇ ਇਹ ਤਾਂ ਆਖੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ। ਇੱਥੇ ਗੁਰੂ ਸਾਹਿਬ ਨੇ ਸਾਨੂੰ ਸਮਝਾਉਣਾ ਕੀਤਾ, ਭਾਈ ਜੇ ਤੇਰੇ ਵਿੱਚ ਔਗਣ ਨੇ ਤੇ ਆ ਕੇ ਕਬੂਲ ਕਰ ਲੈ। ਹੁਣ ਤੇ ਜੀਵ ਇਸਤਰੀ ਰੂਪ ਵਿੱਚ ਆਖਦੇ ਨੇ ਵੀ ਮੇਰੇ ਕੋਲੋਂ ਬਥੇਰੀਆਂ ਭੁੱਲਾਂ ਵੀ ਹੁੰਦੀਆਂ ਨੇ, ਪਰ ਇਹ ਵਾਹਿਗੁਰੂ ਫਿਰ ਵੀ ਮੈਂ ਤੇਰੀ ਦਾਸੀ ਹਾਂ। ਫਿਰ ਇਹ ਚਿਰਿਆ ਵੀ ਮੈਂ ਤੇਰੀ ਦਾਸੀ ਹਾਂ, ਵੀ ਮੇਰੇ ਔਗਣਾਂ ਨੂੰ, ਮੇਰੇ ਭੁੱਲਾਂ ਨੂੰ ਨਾ ਵੇਖ। ਹੇ ਮਨ ਨੂੰ ਮੋਹ ਲੈਣ ਵਾਲੇ ਵਾਹਿਗੁਰੂ ਜੀ, ਪਰਿਪੂਰਨ ਪਰਮਾਤਮਾ, ਮੇਰੇ ਹਿਰਦੇ ਵਿੱਚ ਆ ਕੇ ਵਸਣਾ ਕਰੋ। ਰਹਾ ਨਿਕਟ ਸੁਣੋ ਅਰ ਦੇਖੋ ਨਾਹੀ, ਭਰਮ ਭਰਮ ਦੁੱਖ ਭਰੀਆ। ਨਿਕਟ
ਹਿੰਦੀ ਭਾਸ਼ਾ ਦਾ ਸ਼ਬਦ ਹੈ ਵੀ ਨੇੜੇ। ਸੁਣੋ ਤੋਂ ਭਾਵ ਮੈਂ ਸੁਣਦੀ ਹਾਂ। ਇਹ ਵਾਹਿਗੁਰੂ ਜੀ ਮੈਂ ਇਹ ਸੁਣਿਆ ਹੈ, ਮੈਂ ਸੁਣਦੀ ਹਾਂ ਵੀ ਤੁਸੀਂ ਬਹੁਤ ਨੇੜੇ ਹੋ, ਨਿਕਟ ਸੁਣੋ। ਅਰ ਪੇਖੋ ਨਾਹੀ, ਪਰ ਮੈਨੂੰ ਦਿਸਦੇ ਕੋਈ ਨਹੀਂ। ਸਾਡੀ ਹਾਲਤ ਵੀ ਤਾਂ ਇਹੀ ਹੈ ਵੀ ਅਸੀਂ ਰੋਜ਼ ਪੜ੍ਹਦੇ ਵੀ ਹਾਂ, ਸੁਣਦੇ ਵੀ ਹਾਂ ਵੀ ਪਰਿਪੂਰਨ ਪਰਮਾਤਮਾ ਸਾਡੇ ਅੰਗ ਸੰਗ ਹੈ, ਸਾਡੇ ਹਿਰਦੇ ਵਿੱਚ ਵਸਿਆ ਹੋਇਆ ਹੈ, ਪਰ ਸਾਨੂੰ ਨਜ਼ਰ ਨਹੀਂ ਆਉਂਦਾ। ਨਿਕਟ ਸੁਣੋ ਅਰ ਪੇਖੋ ਨਾਹੀ, ਮੈਂ ਬਹੁਤ ਨੇੜੇ ਸੁਣਿਆ ਤੁਹਾਨੂੰ, ਬਹੁਤ ਨੇੜੇ ਹੋ, ਪਰ ਮੈਨੂੰ ਨਜ਼ਰ ਨਹੀਂ ਆਉਂਦੇ। ਭਰਮ ਭਰਮ ਦੁੱਖ ਭਰੀਆ, ਤੇ ਆਖਦੇ ਨੇ ਭਰਮ ਵਿੱਚ ਭਟਕਣਾ ਵਿੱਚ ਮੈਂ ਭੁੱਲ ਗਈ ਆ ਸੱਚ ਦਾ ਮਾਰਗ। ਦੁੱਖ ਭਰੀਆ, ਤੇ ਜਿਹੜਾ ਜੀਵਨ ਹੈ ਦੁੱਖਮਈ ਬਣ ਗਿਆ ਹੈ, ਕਿਉਂਕਿ ਤੁਹਾਨੂੰ ਪਾਉਣ ਦਾ ਜੋ ਯਤਨ ਕੀਤਾ ਹੈ, ਜੋ ਦਰਸ਼ਨਾਂ ਦੀ ਮਨ ਅੰਦਰ ਤਾਂਗ ਹੈ, ਜੋ ਸੁਣਿਆ ਵੀ ਤੁਸੀਂ ਬਹੁਤ ਨੇੜੇ ਹੋ, ਪਰ ਮੈਨੂੰ ਨਜ਼ਰ ਨਹੀਂ ਆਉਂਦੇ ਵੀ ਮੈਂ ਭਰਮ ਵਿੱਚ ਭਟਕ ਗਈ ਆ, ਮੋਹ ਮਾਇਆ ਵਿੱਚ ਉਲਝ ਕੇ ਰਹਿ ਗਈਆਂ ਹੈ ਵਾਹਿਗੁਰੂ। ਤੇ ਇਹੀ ਮੋਹ ਮਾਇਆ ਦੁੱਖ ਦਾ ਕਾਰਨ ਬਣ ਗਈ ਹੈ, ਤੇ ਤੁਹਾਡਾ ਦਰਸ਼ਨ ਨਹੀਂ ਹੋਇਆ, ਵੀ ਤੁਹਾਨੂੰ ਵੇਖ ਨਹੀਂ ਸਕੀ। ਹੋਏ ਕਿਰਪਾਲ ਗੁਰ ਲਾਹੇ ਪਾਰਦੋ, ਮਿਲੋ ਲਾਲ ਮਨ ਹਰੀਆ। ਪਾਰਦੋ ਤੋਂ ਭਾਵੇਂ ਪਰਦਾ। ਹੋਏ ਕਿਰਪਾਲ, ਹੁਣ ਇੱਥੇ ਗੁਰੂ ਸਾਹਿਬ ਨੇ ਜੀਵ ਇਸਤਰੀ ਰੂਪ ਵਿੱਚ ਜਿੱਥੇ ਬੇਨਤੀ ਕੀਤੀ ਹੈ, ਹੁਣ ਸਾਨੂੰ ਸਮਝਾਉਣਾ ਕੀਤਾ ਵੀ ਕੇਵਲ ਤਾਂ ਕੇਵਲ ਗੁਰੂ ਹੀ ਸਾਡਾ ਮਿਲਾਪ ਵਾਹਿਗੁਰੂ ਦੇ ਨਾਲ ਕਰਾ ਸਕਦਾ ਹੈ। ਗੁਰੂ ਹੀ ਮੋਹ ਮਾਇਆ ਦੇ ਜੋ ਪਰਦਾ ਪਿਆ ਸਾਡੇ ਅਤੇ ਪਰਮਾਤਮਾ ਦੇ ਵਿਚਕਾਰ, ਜੋ ਮਿਲਾਪ ਚ ਰੁਕਾਵਟ ਹੈ, ਉਸ ਪਰਦੇ ਨੂੰ ਲਾ ਸਕਦਾ ਹੈ। ਹੋਏ ਕਿਰਪਾਲ ਗੁਰੂ ਲਾਹੇ ਪਰਦੋ, ਹੇ ਗੁਰੂ ਜੀ ਮੇਰੇ ਤੇ ਕਿਰਪਾ ਕਰੋ, ਮੇਰੇ ਤੇ ਦਇਆ ਕਰੋ। ਜੋ ਮੋਹ ਮਾਇਆ ਦਾ ਪਰਦਾ ਪਿਆ ਹੈ, ਜਿਸ ਕਰਕੇ ਮੈਨੂੰ ਪਰਿਪੂਰਨ ਪਰਮਾਤਮਾ ਨਜ਼ਰ ਨਹੀਂ ਆਉਂਦਾ, ਉਸ ਪਰਦੇ ਨੂੰ ਲਾ ਦਿਓ। ਕਹਿਣ ਤੋਂ ਭਾਵ ਜਿਹੜੀ ਦੂਰੀ ਬਣੀ ਹੈ ਉਹ ਦੂਰੀ ਮਿਟਾ ਦਿਓ, ਦੂਰੀ ਮਿਟ ਜੇ। ਲਾਲ ਮਨ ਹਰੀਆ, ਤੇ ਮੈਂ ਉਸ ਪਰਿਪੂਰਨ ਪਰਮਾਤਮਾ ਦੇ ਦਰਸ਼ਨ ਕਰ ਲਾਂ, ਤੇ ਦਰਸ਼ਨ ਕਰਕੇ ਮੇਰਾ ਜਿਹੜਾ ਮਨ ਤਨ ਆਤਮਿਕ ਤੌਰ ਤੇ ਹਰਿਆ ਭਰਿਆ ਹੋ ਜੇ। ਹਰਿਆ ਤੋਂ ਭਾਵ ਹੈ ਹਰਾ ਹੋਣਾ। ਏਕ ਨਿਮਖ ਜੇ ਬਿਸਰੈ ਸੁਆਮੀ, ਜਾਨੋ ਕੋਟ ਦਿਨਸ ਲਖ ਵਰੀਆ। ਹੁਣ ਦਰਸ਼ਨ ਕਿਉਂ ਜ਼ਰੂਰੀ ਨੇ ਇਹ ਵੀ ਦੱਸ ਦਿੱਤਾ ਹੈ। ਏਕ ਨਿਮਖ, ਵੀ ਇੱਕ ਪਲ ਮਾਤਰ ਵੀ ਜੇ ਵਿਸਰੇ ਸੁਆਮੀ, ਜੇ ਮੈਨੂੰ ਵਾਹਿਗੁਰੂ ਭੁੱਲਦਾ ਹੈ, ਇਹ ਜੀਵ ਇਸਤਰੀ ਆਖਦੀ ਹੈ ਵੀ ਇੱਕ ਨਿਮਖ ਮਾਤਰ ਜੇ ਮੈਨੂੰ ਵਾਹਿਗੁਰੂ ਭੁੱਲਦਾ ਹੈ, ਏਕ ਨਿਮਖ ਜੇ ਵਿਸਰੇ ਸੁਆਮੀ, ਜਾਨੋ ਕੋਟ ਦਿਨਸ। ਕੋਟ ਤੋਂ ਭਾਵ ਹੈ ਕਰੋੜ, ਦਿਨਸ ਤੋਂ ਭਾਵ ਹੈ ਦਿਨ, ਲੱਖ ਬਰੀਆ, ਲੱਖ ਤੋਂ ਭਾਵ ਹੈ ਲੱਖ, ਤੇ ਬਰੀਆ ਤੋਂ ਭਾਵ ਹੈ ਵਰੇ, ਸਾਲ। ਵੀ ਇੱਕ ਨਿਮਖ ਮਾਤਰ ਵੀ ਜੇ ਤੁਸੀਂ ਮੈਨੂੰ ਭੁੱਲਦੇ ਹੋ, ਮੈਨੂੰ ਇੰਜ ਜਾਪਦਾ ਵੀ ਜਿਹੜਾ ਵਿਛੋੜਾ ਹੈ ਮਾਨੋ ਕਰੋੜਾਂ ਦਿਨ ਹੋ ਗਏ ਨੇ, ਕੋਟ ਦਿਨਸ, ਲੱਖ ਵਰੀਆ, ਤੇ ਲੱਖਾਂ ਵਰੇ ਦਾ ਵਿਛੋੜਾ ਪੈ ਗਿਆ ਵੀ ਜੋ ਮੇਰੇ ਕੋਲ ਬਰਦਾਸ਼ਤ ਨਹੀਂ ਹੁੰਦਾ। ਹੁਣ ਅਖੀਰਲੀ ਪੰਕਤੀ ਵਿੱਚ ਵੀ ਵਾਹਿਗੁਰੂ ਦਾ ਦਰਸ਼ਨ ਹੁੰਦਾ ਕਿਵੇਂ? ਸਾਧ ਸੰਗਤ ਕੀ ਭੀੜ ਜੋ ਪਾਈ। ਭੀੜ ਤੋਂ ਭਾਵ ਹੈ ਇਕੱਠ, ਸਮਾਗਮ ਵੀ ਕਹਿ ਸਕਦੇ ਹਾਂ, ਜਿੱਥੇ ਬਹੁਤ ਜ਼ਿਆਦਾ ਸਤਸੰਗੀ ਇਕੱਠੇ ਹੋਏ ਹੋਣ, ਸਮਾਗਮ। ਸਾਧ ਸੰਗਤ ਕੀ ਭੀੜ ਜੋ ਪਾਈ, ਤੋ ਨਾਨਕ ਹਰ ਸੰਗ ਮਿਰਿਆ। ਮਿਰਿਆ ਤੋਂ ਭਾਵ ਇੱਥੇ ਮਿਲਾਪ, ਵੀ ਗੁਰੂ ਦੀ ਸੰਗਤ, ਸਾਧ ਸੰਗਤ ਵਿੱਚ ਗੁਰੂ ਨੇ ਕਿਰਪਾ ਕੀਤੀ ਹੈ, ਮੈਨੂੰ ਸਾਧ ਸੰਗਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਸਾਧ ਸੰਗਤ ਰੂਪੀ ਸਮਾਗਮ ਵਿੱਚ ਤੇ ਬਹੁਤ ਜ਼ਿਆਦਾ ਸਤਸੰਗੀ ਇਕੱਠੇ ਸਨ। ਸਤਸੰਗੀਆਂ ਦੇ ਨਾਲ ਮਿਲ ਕੇ ਮੈਂ ਵਾਹਿਗੁਰੂ ਦੀ ਇਬਾਦਤ ਕੀਤੀ ਹੈ, ਨਾਮ ਜਪਣਾ ਕੀਤਾ ਹੈ। ਵਾਹਿਗੁਰੂ ਨੇ ਮੈਨੂੰ ਕਿਰਪਾ ਕੀਤੀ ਹੈ, ਪੂਰੇ ਗੁਰੂ ਦੇ ਨਾਲ ਮਿਲਾਇਆ ਹੈ, ਤੇ ਪੂਰੇ ਗੁਰੂ ਨੇ ਮੈਨੂੰ ਸਤਸੰਗਤ ਦੀ ਦਾਤ ਬਖਸ਼ੀ ਹੈ। ਤੇ ਸਤਸੰਗੀਆਂ ਦੇ ਨਾਲ ਮਿਲ ਕੇ ਮੈਂ ਪਰਿਪੂਰਨ ਪਰਮਾਤਮਾ ਨੂੰ ਆਰਾਧਨਾ ਕੀਤਾ ਹੈ। ਸਾਧ ਸੰਗਤ ਕੀ ਭੀੜ ਜੋ ਪਾਈ, ਵੀ ਜਿਸ ਦਿਨ ਦੀ ਮੈਨੂੰ ਸੰਗਤ ਦੀ ਦਾਤ ਮਿਲੀ ਹੈ, ਇਹ ਵੀ ਬੜੀ ਵੱਡਮੁੱਲੀ ਦਾਤ ਹੈ, ਅਣਮੁੱਲੀ ਦਾਤ ਹੈ, ਵੀ ਸੰਗਤ ਵਿੱਚ ਆ ਕੇ ਹਾਜ਼ਰੀ ਲਵਾਉਣਾ। ਵੀ ਉਸ ਦਿਨ ਤੋਂ ਕਿਰਪਾ ਹੋ ਗਈ ਹੈ। ਨਾਨਕ ਹਰ ਸੰਗ ਮਿਰਿਆ, ਹੈ ਨਾਨਕ
ਮੈਨੂੰ ਹਰੀ ਪਰਿਪੂਰਨ ਪਰਮਾਤਮਾ ਦਾ ਮਿਲਾਪ ਪ੍ਰਾਪਤ ਹੋ ਗਿਆ ਹੈ। ਜੋ ਦਰਸ਼ਨਾਂ ਦੀ ਤਾਂਘ ਸੀ, ਮੈਨੂੰ ਪਰਿਪੂਰਨ ਪਰਮਾਤਮਾ ਦਾ ਦਰਸ਼ਨ ਹੋ ਗਿਆ ਹੈ। ਇਸ ਦੇਖੋ ਪੂਰੇ ਸ਼ਬਦ ਵਿੱਚ ਗੁਰੂ ਸਾਹਿਬ ਨੇ ਸਾਨੂੰ ਬਹੁਤ ਹੀ ਸੁੰਦਰ ਤੇ ਸੁਖੈਨ ਢੰਗ ਦੇ ਨਾਲ ਸਮਝਾਉਣਾ ਕੀਤਾ ਹੈ ਵੀ ਤੂੰ ਰੋਜ਼ ਨਿਤ ਆ ਕੇ ਵਾਹਿਗੁਰੂ ਅੱਗੇ ਅਰਦਾਸ ਬੇਨਤੀਆਂ ਕਰ, ਪ੍ਰਭੂ ਮਿਲਾਪ ਦੀਆਂ, ਨਾਮ ਦੀ ਦਾਤ ਮੰਗਣਾ ਕਰ। ਦੂਜੀ ਗੱਲ ਸਮਝਾਈ ਹੈ ਵੀ ਜਿੰਨੇ ਮਰਜ਼ੀ ਭਾਵੇਂ ਔਗਣ ਹੋਣ, ਘਬਰਾਉਣ ਦੀ ਲੋੜ ਨਹੀਂ। ਤੂੰ ਆ ਕੇ ਮਾਲਕ ਕੋਲ ਗਲਤੀ ਮੰਨ, ਆਪਣੇ ਔਗਣਾਂ ਨੂੰ ਸਵੀਕਾਰ ਕਰ, ਉਹ ਤੈਨੂੰ ਗਲ ਨਾਲ ਲਾ ਲਵੇਗਾ। ਜੋ ਪਰਿਪੂਰਨ ਪਰਮਾਤਮਾ ਦੂਰ ਤੂੰ ਸਮਝ ਕੇ ਬੈਠਾ ਹੈ, ਬੜਾ ਨੇੜੇ। ਗੁਰੂ ਸਾਹਿਬ ਆਖਦੇ ਨੇ ਭਾਵੇਂ ਤੈਨੂੰ ਨਜ਼ਰ ਨਹੀਂ ਆਉਂਦਾ, ਪਰ ਜਦੋਂ ਗੁਰੂ ਦੀ ਸ਼ਰਨ ਵਿੱਚ ਆਵੇਂਗਾ, ਗੁਰੂ ਨੇ ਮੋਹ ਮਾਇਆ ਦਾ ਜੋ ਪੜਦਾ ਪਿਆ, ਜਿਹਦੇ ਕਰਕੇ ਤੈਨੂੰ ਪਰਿਪੂਰਨ ਪਰਮਾਤਮਾ ਨੂੰ ਵਾਹਿਗੁਰੂ ਨਜ਼ਰ ਨਹੀਂ ਆਉਂਦਾ, ਉਸ ਪਰਦੇ ਨੂੰ ਲਾ ਦੇਣਾ ਹੈ। ਤੈਨੂੰ ਸੰਗਤ ਦੀ ਦਾਤ ਬਖਸ਼ਣੀ ਹੈ। ਸੰਗਤ ਵਿੱਚ ਆ ਕੇ ਜਦੋਂ ਨਾਮ ਜਪੇਗਾ ਭਾਈ, ਫਿਰ ਤੈਨੂੰ ਪਰਿਪੂਰਨ ਪਰਮਾਤਮਾ ਦਾ ਦਰਸ਼ਨ ਹੋ ਜਾਏਗਾ। ਸੋ ਅਰਦਾਸ ਕਰੀਏ ਵਾਹਿਗੁਰੂ ਅੱਗੇ, ਸਤਿਗੁਰੂ ਜੀ ਕਿਰਪਾ ਕਰਨ, ਸਾਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਨ। ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਓ ਇਹੋ। ਭੁੱਲਾਂ ਚੁੱਕਾਂ ਦੀ ਖਿਮਾ ਬੁਲਾਓ। ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।